नमस्कार प्यारे बच्चों, मैं ममता रानी कंप्यूटर फैकल्टी सरकारी सीनियर सैकेंडरी स्कूल भादड़ा जिला मानसा। ਜਿਹੜੇ ਲੈਸਨ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ 7ਵੀਂ ਜਮਾਤ ਦਾ ਕੰਪਿਊਟਰ ਵਿਸ਼ੇ ਵਿੱਚ ਲਿਆ ਗਿਆ ਤੀਜਾ ਪਾਠ ਸਟੋਰੇਜ ਡਿਵਾਈਸਿਸ। ਇਸ ਪਾਠ ਵਿੱਚ ਜਿਹੜੇ ਟੌਪਿਕ ਅਸੀਂ ਕਵਰ ਕਰਨੇ ਹਨ ਉਹ ਹਨ ਮੈਮਰੀ ਕੀ ਹੁੰਦੀ ਹੈ, ਮੈਮਰੀ ਦੀਆਂ ਕਿਸਮਾਂ ਬਾਰੇ, ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ, ਰੈਮ ਅਤੇ ਰੋਮ ਬਾਰੇ ਜਾਣਾਂਗੇ। ਸੈਕੰਡਰੀ ਮੈਮਰੀ ਕੀ ਹੁੰਦੀ ਹੈ, ਸੈਕੰਡਰੀ ਮੈਮਰੀ ਦੀਆਂ ਕਿਸਮਾਂ, ਹਾਰਡ ਡਿਸਕ, ਐਕਸਟਰਨਲ ਹਾਰਡ ਡਿਸਕ, ਫਲॉपी ਡਿਸਕ, ਮੈਗਨੈਟਿਕ ਟੇਪ, CD, DVD, ਪੈਨ ਡਰਾਈਵ ਅਤੇ ਮੈਮਰੀ ਕਾਰਡ ਬਾਰੇ ਜਾਣਾਂਗੇ ਅਤੇ ਅੰਤ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਆਓ ਬੱਚਿਓ ਹੁਣ ਜਾਣਦੇ ਹਾਂ ਮੈਮਰੀ ਕੀ ਹੁੰਦੀ ਹੈ। ਮੈਮਰੀ ਕੋਈ ਵੀ ਮਾਧਿਅਮ ਜਿਸ ਵਿੱਚ ਡਾਟਾ ਸਟੋਰ ਕਰਕੇ ਰੱਖਣ ਦੀ ਸਮਰੱਥਾ ਹੁੰਦੀ ਹੈ ਉਸ ਨੂੰ ਮੈਮਰੀ ਕਿਹਾ ਜਾਂਦਾ ਹੈ। ਕੰਪਿਊਟਰ ਦੀ ਮੈਮਰੀ ਇਲੈਕਟ੍ਰੋਨਿਕ ਸਪੇਸ ਦੇ ਵਿੱਚ ਹੁੰਦੀ ਹੈ ਜੋ ਕਿ ਸਿਲੀਕਨ ਚਿੱਪਾਂ ਦੀ ਬਣੀ ਹੋਈ ਹੁੰਦੀ ਹੈ। ਇਸ ਦੀ ਵਰਤੋਂ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਜਿਹੜਾ ਡਾਟਾ ਤੇ ਹਦਾਇਤਾਂ ਅਸੀਂ ਸਟੋਰ ਕਰਦੇ ਹਾਂ ਉਹ ਸਥਾਈ ਜਾਂ ਅਸਥਾਈ ਰੂਪ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਮੈਮਰੀ ਬਹੁਤ ਸਾਰੇ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਸੈੱਲ ਕਹਿੰਦੇ ਹਾਂ। ਮੈਮਰੀ ਨੂੰ ਅਸੀਂ ਅੱਗੇ ਦੋ ਭਾਗਾਂ ਵਿੱਚ ਵੰਡਦੇ ਹਾਂ, ਉਹ ਹਨ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਮਨੁੱਖ ਦੇ ਦਿਮਾਗ ਦੀ ਤਰ੍ਹਾਂ ਕੰਪਿਊਟਰ ਵਿੱਚ ਵੀ ਡਾਟਾ ਸਟੋਰ ਕਰਕੇ ਰੱਖਣ ਦੇ ਲਈ ਅਸੀਂ ਮੈਮਰੀ ਦੀ ਵਰਤੋਂ ਹੀ ਕਰਦੇ ਹਾਂ। ਕੰਪਿਊਟਰ ਮੈਮਰੀ ਕੰਪਿਊਟਰ ਦੀ ਉਹ ਥਾਂ ਹੁੰਦੀ ਹੈ ਜਿੱਥੇ ਪ੍ਰੋਸੈਸ ਕਰਨ ਤੋਂ ਬਾਅਦ ਡਾਟਾ ਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ। ਜਿਵੇਂ ਕਹਿੰਦੇ ਨੇ ਵੀ ਟਾਈਮ ਦੇ ਨਾਲ ਵੀ ਮਨੁੱਖ ਦੀ ਯਾਦਾਸ਼ਤ ਸ਼ਕਤੀ ਕਦੇ ਖਤਮ ਨਹੀਂ ਹੁੰਦੀ ਹੈਗੀ, ਇਸੇ ਤਰੀਕੇ ਦੇ ਨਾਲ ਕੰਪਿਊਟਰ ਦੀ ਯਾਦਾਸ਼ਤ ਸ਼ਕਤੀ ਜਿਹੜੀ ਹੈਗੀ ਹੈ ਯਾਨੀ ਕਿ ਮੈਮਰੀ ਜਿਹੜੀ ਹੈਗੀ ਹੈ ਉਹ ਖਤਮ ਨਹੀਂ ਹੁੰਦੀ। ਹੁਣ ਅਸੀਂ ਗੱਲ ਕਰਾਂਗੇ ਮੈਮਰੀ ਦੀਆਂ ਕਿਸਮਾਂ ਬਾਰੇ। ਮੈਮਰੀ ਦੀ ਜਿਹੜੀਆਂ ਕਿਸਮਾਂ ਨੇ ਉਹ ਦੋ ਹੁੰਦੀਆਂ ਨੇ। ਪਹਿਲੀ ਹੈ ਪ੍ਰਾਇਮਰੀ ਮੈਮਰੀ ਜਿਹਨੂੰ ਅਸੀਂ ਮੁੱਖ ਮੈਮਰੀ ਵੀ ਕਹਿੰਦੇ ਹਾਂ। ਦੂਜੀ ਹੈ ਸੈਕੰਡਰੀ ਮੈਮਰੀ ਜਿਸ ਨੂੰ ਅਸੀਂ ਐਲੈਕਜ਼ਰੀ ਮੈਮਰੀ ਜਾਂ ਸਹਾਇਕ ਮੈਮਰੀ ਵੀ ਕਹਿੰਦੇ ਹਾਂ। ਪ੍ਰਾਇਮਰੀ ਮੈਮਰੀ ਪ੍ਰਾਇਮਰੀ ਮੈਮਰੀ ਸਿਰਫ ਉਹਨਾਂ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਦੀ ਹੈ ਜਿਨ੍ਹਾਂ ਉੱਤੇ ਕੰਪਿਊਟਰ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਇਸ ਵਿੱਚ ਮਾਈਕਰੋ ਕੰਡਕਟਰ ਵਰਤੇ ਜਾਂਦੇ ਹਨ ਜੋ ਕਿ ਬਹੁਤ ਤੇਜ਼ ਅਤੇ ਵਿਸ਼ੇਸ਼ ਕਿਸਮ ਦੇ ਇਲੈਕਟ੍ਰੋਨਿਕ ਸਰਕਿਟ ਹੁੰਦੇ ਹਨ। ਇਹਨਾਂ ਦੀ ਸਟੋਰੇਜ ਸਮਰੱਥਾ ਘੱਟ ਹੁੰਦੀ ਹੈ ਅਤੇ ਬਿਜਲੀ ਦੇ ਬੰਦ ਹੋਣ ਤੇ ਇਹਨਾਂ ਵਿੱਚ ਸਟੋਰ ਹੋਇਆ ਡਾਟਾ ਨਸ਼ਟ ਹੋ ਜਾਂਦਾ। ਆਮ ਤੌਰ ਤੇ ਪ੍ਰਾਇਮਰੀ ਮੈਮਰੀ ਸੈਮੀ ਕੰਡਕਟਰਾਂ ਦੀ ਬਣੀ ਹੋਈ ਹੁੰਦੀ ਹੈ ਜਿਨ੍ਹਾਂ ਵਿੱਚ ਅਸੀਂ ਡਾਟਾ ਜਿਹੜਾ ਹੈ ਉਹ ਸਟੋਰ ਕਰਦੇ ਹਾਂ। ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ। ਪ੍ਰਾਇਮਰੀ ਮੈਮਰੀ ਜਿਹੜੀ ਹੈ ਉਹ ਸਾਡੇ ਕੋਲ ਕਿਹੜੇ ਕਿਸਮਾਂ ਹੁੰਦੀਆਂ ਨੇ ਉਸ ਬਾਰੇ ਜਾਣਦੇ ਹਾਂ ਅਸੀਂ। ਪ੍ਰਾਇਮਰੀ ਮੈਮਰੀ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਪਹਿਲਾ ਹੈ ਰੈਮ
जिसनों ਅਸੀਂ रैंडम एक्सेस मैमोरी भी कहते हाँ। तो बाद है रोम, रोम ਨੂੰ ਅਸੀਂ रीड ओनली मैमोरी भी कहते हाँ। ਇਹ रैम ਅਤੇ रोम ਜਿਹੜੇ ਹੈ ਇਹ ਪੂਰੇ ਨਾਮਾਂ ਦੇ ਵਿੱਚ ਵੀ ਆ ਜਾਣਗੇ। ਹੁਣ ਅਸੀਂ ਗੱਲ ਕਰਾਂਗੇ रैम ਬਾਰੇ। रैम ਦਾ ਪੂਰਾ ਨਾਮ ਹੈ रैंडम एक्सेस मैमोरी। रैम कंप्यूटर मैमोरी ਦਾ ਉਹ ਹਿੱਸਾ ਹੈ ਜੋ ਕਿ ਉਸ ਸਮੇਂ ਚੱਲ ਰਹੇ ਪ੍ਰੋਗਰਾਮਾਂ ਅਤੇ ਡਾਟਾ ਦਾ ਲੇਖਾ ਜੋਖਾ ਰੱਖਦਾ ਹੈ। ਇਹ ਮੈਮਰੀ ਚਿੱਪਾਂ ਹੁੰਦੀਆਂ ਹਨ ਜਿਹੜੀਆਂ ਕਿ ਸਟੋਰ ਹੋਏ ਡਾਟਾ ਤੇ ਹਦਾਇਤਾਂ ਨੂੰ ਵਰਤਣ ਦੀ ਆਗਿਆ ਦਿੰਦੀਆਂ ਹਨ। ਇਹ ਸੈਕੰਡਰੀ ਮੈਮਰੀ ਨਾਲੋਂ 100 ਗੁਣਾ ਵੱਧ ਤੇਜ਼ ਕੰਮ ਕਰਦੀ ਹੈ। ਜਦੋਂ ਕੰਪਿਊਟਰ ਬੂਟ ਅਪ ਹੋ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਰੈਮ ਵਿੱਚ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈ। ਇਸ ਨਾਲ ਸਾਡਾ ਕੰਪਿਊਟਰ ਕਈ ਤਰ੍ਹਾਂ ਦੇ ਕੰਮ ਕਰ ਸਕਦਾ ਹੈ, ਜਿਵੇਂ ਮਾਊਸ ਕਲਿੱਕ ਹੈਂਡਲ ਕਰਨਾ, ਕੀਬੋਰਡ ਦੀ ਵਰਤੋਂ ਕਿਵੇਂ ਕਰਨੀ ਹੈ, ਉਹ ਚੀਜ਼ ਸਾਰੀ ਕੀ ਹੈ ਹੈਂਡਲ ਹੁੰਦੀ ਹੈ। ਰੈਮ ਇੱਕ ਬਹੁਤ ਹੀ ਤੇਜ਼ ਰਫ਼ਤਾਰ ਕਿਸਮ ਦੀ ਮੈਮਰੀ ਹੈ। ਆਓ ਹੁਣ ਗੱਲ ਕਰੀਏ ਰੋਮ ਬਾਰੇ। ਰੋਮ इसका पूरा नाम है रीड ओनली मैमरी। यह कंप्यूटर मैमरी का एक छोटा जिहा हिस्सा है। इस दी समर्था पहला तो ही निर्धारित की हुई हुंदी है अते यह उन्हां हदायतां नूं पक्के तौर ते स्टोर करदी है जो कि कंप्यूटर नूं शुरू करन समय वरतियां जांदियां हन। बाजार विच सानू कई तरह दियां रैम ते रोम उपलब्ध मिलदियां ने, जिवें रोम मिल प्रोम, ईईप्रोम, प्रोम आदि। हुण असीं जाणांगे सैकंडरी मैमरी बारे। सैकंडरी मैमरी नूं एक्सटर्नल मैमरी, फिजिकल मैमरी जां ऑक्सिलरी मैमरी कहा जांदा है। ਇਹ ਸੂਚਨਾ ਨੂੰ ਲੰਬੇ ਸਮੇਂ ਤੱਕ ਕੰਪਿਊਟਰ ਦੇ ਬੰਦ ਹੋਣ ਤੋਂ ਬਾਅਦ ਵੀ ਸਟੋਰ ਕਰਕੇ ਰੱਖਦੀ ਹੈ। ਐਲਐਕਸਰੀ ਮੈਮਰੀ ਤੋਂ ਭਾਵ ਹੈ ਮਤਲਬ ਜੋ ਇਹਦੇ ਵਿੱਚ ਆ ਜਾਣਗੇ ਇਕਵਿਪਮੈਂਟਸ ਡਿਵਾਈਸਿਸ ਜਿਹੜੇ ਹੈ ਉਹ ਹੈ ਮੈਗਨੈਟਿਕ ਸਟੋਰੇਜ ਡਿਵਾਈਸਿਸ, ਜਿਵੇਂ ਹਾਰਡ ਡਿਸਕ, ਫਲੋਪੀ ਡਿਸਕ, ਮੈਗਨੈਟਿਕ ਟੇਪ, ऑप्टिकल स्टोरेज डिवाइसेस जिंदे विच हुंदे ने सीडी रोम ते डीवीडी रोम, पेन ड्राइव अते मैमरी कार्ड आदि। सैकंडरी मैमरी नूं असीं सहायक मैमरी दे तौर ते भी जानदे हां। सहायक इसलिए क्योंकि जदों प्राइमरी मैमरी दी कैपेसिटी घट हुंदी है तां असीं एक्सटर्नल जां सहायक मैमरीज दे तौर ते इन्हां नूं वरतदे हां। हार्ड डिस्क ड्राइव। हार्ड डिस्क ड्राइव की हुंदी है? यह मैमरी स्थाई किस्म की मैमरी हुंदी है। इसकी रफ्तार प्राइमरी मैमरी नालों घट हुंदी है। इस विच सूचना पक्के तौर ते स्टोर हुंदी है। परसनल कंप्यूटर दी जिहड़ी हार्ड डिस्क हुंदी है उहदी स्टोरेज समर्था 20 GB तो लैके 500 GB तक हो सकती है। CPU इन्हां नूं सीधे ही एक्सेस नहीं करदा बल्कि इन्हां दे इनपुट ते आउटपुट रूटीनां दे राहीं वरतदा है। हार्ड डिस्क एक मजबूत धात दी बनी हुई हुंदी है जिस उत्ते मैटल ऑक्साइड दी परत चढ़ी हुई हुंदी है। ਹੁਣ ਅਸੀਂ ਗੱਲ ਕਰਦੇ ਹਾਂ एक्सटर्नल हार्ड डिस्क ਦੀ। एक्सटर्नल हार्ड डिस्क
ਇਹ ਵੀ ਇੱਕ ਪੋਰਟੇਬਲ ਸੈਕੰਡਰੀ ਮੈਮਰੀ ਹੁੰਦੀ ਹੈ। ਮਤਲਬ ਇਹ ਵੀ ਅਸੀਂ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਲਿਜਾ ਸਕਦੇ ਹਾਂ। ਇਹ ਡਾਟਾ ਸਟੋਰ ਕਰਨ ਦੇ ਕੰਮ ਆਉਂਦੀ ਹੈ। ਇਹ ਕੰਪਿਊਟਰ ਦੇ ਬਾਹਰ ਹੁੰਦੀ ਹੈ, ਮਤਲਬ ਇਹ ਹੈ ਕਿ ਇਹ ਕੰਪਿਊਟਰ ਦੇ ਵਿੱਚ ਨਹੀਂ ਲੱਗੀ ਹੁੰਦੀ, ਇਹ ਕੰਪਿਊਟਰ ਦੇ ਬਾਹਰ ਐਕਸਟਰਾ ਤੌਰ ਤੇ ਵਰਤੀ ਜਾਂਦੀ ਹੈ। ਇਸ ਨੂੰ ਆਸਾਨੀ ਦੇ ਨਾਲ ਅਸੀਂ ਕਿਤੇ ਵੀ ਲਿਜਾ ਸਕਦੇ ਹਾਂ। USB ਰਾਹੀਂ ਇਸ ਨੂੰ ਕੰਪਿਊਟਰ ਦੇ ਨਾਲ ਜੋੜਿਆ ਜਾਂਦਾ ਹੈ। ਐਕਸਟਰਨਲ ਹਾਰਡ ਡਰਾਈਵ ਦੀ ਵਰਤੋਂ ਇੰਟਰਨਲ ਹਾਰਡ ਡਰਾਈਵ ਦੇ ਨਾਲ ਜ਼ਿਆਦਾ ਡਾਟਾ ਸਟੋਰ ਕਰਨ ਦੇ ਲਈ ਕੀਤੀ ਜਾਂਦੀ ਹੈ। ਇਹ ਪਲੱਗ ਐਂਡ ਪਲੇ ਦੇ ਆਧਾਰ ਤੇ ਕੰਮ ਕਰਦੀ ਹੈ। ਮਤਲਬ ਹੈ ਕਿ ਅਸੀਂ ਇਸ ਨੂੰ ਆਪਣੇ ਕੰਪਿਊਟਰ ਵਿੱਚ ਲਗਾਉਂਦੇ ਹਾਂ ਤਾਂ ਕੰਮ ਕਰਦੇ ਹਾਂ। ਜੇ ਅਸੀਂ ਇਸ ਨੂੰ ਆਪਣੇ ਕੰਪਿਊਟਰ ਨਾਲ ਨਹੀਂ ਲਗਾਵਾਂਗੇ ਉਨੀ ਦੇਰ ਇਹ ਕੰਮ ਨਹੀਂ ਕਰੇਗੀ। ਡਾਟਾ ਸਟੋਰ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਵੀ ਸੁਰੱਖਿਅਤ ਜਗ੍ਹਾ ਤੇ ਰੱਖ ਸਕਦੇ ਹਾਂ। ਐਕਸਟਰਨਲ ਹਾਰਡ ਡਿਸਕ ਦੀ ਵਰਤੋਂ ਜਿਹੜੀ ਹੈਗੀ ਹੈ ਯੂਜ਼ਰ ਬੈਕਅਪ ਰੱਖਣ ਦੇ ਲਈ ਤੇ ਇੰਟਰਨਲ ਹਾਰਡ ਡਿਸਕ ਤੋਂ ਇਲਾਵਾ ਹੋਰ ਡਾਟਾ ਸਟੋਰ ਕਰਨ ਦੇ ਲਈ ਵਰਤਦਾ ਹੈ। ਇਹ ਕਿਉਂ ਵਰਤੀ ਜਾਂਦੀ ਹੈ? ਸਭ ਤੋਂ ਵੱਡਾ ਫਾਇਦਾ ਇਸ ਦਾ ਇਹ ਹੈ ਕਿ ਜਦੋਂ ਅਸੀਂ ਇੰਟਰਨੈਟ ਚਲਾਉਂਦੇ ਹਾਂ ਤਾਂ ਕਈ ਵਾਰੀ ਕੀ ਹੁੰਦਾ ਹੈਗਾ, ਕੋਈ ਵਾਇਰਸ ਅਨਵਾਂਟਡ ਫਾਈਲਸ ਜਿਹੜੀਆਂ ਹੁੰਦੀਆਂ ਨੇ ਉਹ ਸਾਡੇ ਸਿਸਟਮ ਦੇ ਵਿੱਚ ਦਾਖਲ ਹੋ ਜਾਂਦੀਆਂ ਨੇ, ਜਿਸ ਨਾਲ ਸਾਡਾ ਜਿਹੜਾ ਇੰਟਰਨਲ ਸਿਸਟਮ ਹੁੰਦਾ ਹੈ ਕੰਪਿਊਟਰ ਦਾ ਉਹ ਕਰਪਟ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਸਾਡੇ ਬਹੁਤ ਸਾਰੇ ਖਾਸ ਦਸਤਾਵੇਜ਼ ਹੁੰਦੇ ਨੇ ਜਿਹੜੇ ਕਿ ਵਾਇਰਸ ਦੀ ਵਜ੍ਹਾ ਦੇ ਨਾਲ ਡਿਸਟਰੋਏ ਹੋ ਜਾਂਦੇ ਨੇ, ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਯੂਜ਼ਰ ਕੀ ਕਰਦੇ ਨੇ, ਜ਼ਿਆਦਾਤਰ ਐਕਸਟਰਨਲ ਹਾਰਡ ਡਿਸਕ ਦੀ ਵਰਤੋਂ ਕਰਦੇ ਨੇ, ਜਿਸ ਨਾਲ ਇਹਦੇ ਵਿੱਚ ਪਿਆ ਡਾਟਾ ਨੂੰ ਨੁਕਸਾਨ ਨਹੀਂ ਹੁੰਦਾ। ਫਲੌਪੀ ਡਿਸਕ। ਫਲੌਪੀ ਡਿਸਕ ਕੀ ਹੁੰਦੀ ਹੈ? ਇਹ ਇੱਕ ਸੈਕੰਡਰੀ ਸਟੋਰੇਜ ਡਿਵਾਈਸ ਹੈ, ਕਿਉਂਕਿ ਹੁਣ ਅਸੀਂ ਸਾਰੇ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਸਾਨੂੰ ਪ੍ਰਾਇਮਰੀ ਮੈਮਰੀ ਤੋਂ ਇਲਾਵਾ ਮਿਲਦੇ ਹਨ। ਇਹ ਪਲਾਸਟਿਕ ਦੀ ਬਣੀ ਹੋਈ ਹੁੰਦੀ ਹੈ। ਇਸ ਉੱਪਰ ਮੈਗਨੈਟਿਕ ਰਿਕਾਰਡਿੰਗ ਦੀ ਪਰਤ ਚੜੀ ਹੁੰਦੀ ਹੈ ਜਿਸ ਉੱਤੇ ਡਾਟਾ ਸਟੋਰ ਹੁੰਦਾ ਹੈ। ਜਿਵੇਂ ਤੁਸੀਂ ਪਿਕਚਰ ਦੇ ਵਿੱਚ ਵੇਖ ਰਹੇ ਹੋ, ਜਿਹੜੀ ਇਹਦੇ ਵਿੱਚ ਇਹ ਐਲੂਮੀਨੀਅਮ ਪਲੇਟ ਹੈ, ਇਹਦੇ ਅਗਰ ਇਸ ਨੂੰ ਅਸੀਂ ਸਾਈਡ ਤੇ ਕਰਦੇ ਹਾਂ ਤਾਂ ਸਾਨੂੰ ਇੱਕ ਰੀਲ ਮੈਗਨੈਟਿਕ ਪਰਤ ਨਜ਼ਰ ਆਉਂਦੀ ਹੈ ਜਿਸ ਉੱਤੇ ਹੀ ਸਾਰਾ ਡਾਟਾ ਸਟੋਰ ਹੁੰਦਾ ਹੈ। ਇਸ ਦਾ ਆਕਾਰ 3.5 ਹੁੰਦਾ ਹੈ। ਇਸ ਵਿੱਚ ਅਸੀਂ ਸਿਰਫ 1.44 MB ਡਾਟਾ ਹੀ ਸਟੋਰ ਕਰ ਸਕਦੇ ਹਾਂ। ਇਸ ਨੂੰ ਅਸੀਂ ਆਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹਾਂ ਕਿਉਂਕਿ ਇਹ ਬਹੁਤ ਛੋਟੀ ਹੁੰਦੀ ਹੈ ਤੇ ਇਸ ਨੂੰ ਕੈਰੀ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ। ਇਹ ਪੋਰਟੇਬਲ ਯੰਤਰ ਹੈ ਜਿਸ ਨੂੰ ਅਸੀਂ ਬਾਰ-ਬਾਰ ਮਤਲਬ ਵਰਤ ਸਕਦੇ ਹਾਂ, ਜਿਸ ਉੱਤੇ ਅਸੀਂ ਬਾਰ-ਬਾਰ ਡਾਟਾ ਸਟੋਰ ਕਰ ਸਕਦੇ ਹਾਂ। ਪਰ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਪਲਾਸਟਿਕ ਦੀਆਂ ਹੋਣ ਕਾਰਨ ਆਸਾਨੀ ਦੇ ਨਾਲ ਖਰਾਬ ਹੋ ਜਾਂਦੀਆਂ ਨੇ। ਅਗਰ ਅਸੀਂ ਇਹਨਾਂ ਨੂੰ ਸੂਰਜ ਦੀ ਡਾਇਰੈਕਟ ਰੋਸ਼ਨੀ ਦੇ ਵਿੱਚ ਰੱਖਦੇ ਹਾਂ ਤਾਂ ਇਹ ਜਿਹੜੀ ਪਲਾਸਟਿਕ ਹੈ ਉਹ ਆਪਣੇ ਸਟੈਂਡਰਡ ਸਾਈਜ਼ ਦੇ ਨਾਲੋਂ ਚੇਂਜ ਹੋ ਜਾਂਦੀ ਹੈ। ਪਲਾਸਟਿਕ ਮੈਲਟ ਹੋ ਜਾਂਦੀ ਹੈ ਗਰਮ ਹੋਣ ਦੇ ਨਾਲ, ਇਸੇ ਤਰੀਕੇ ਨਾਲ ਇਹਦਾ ਸਾਈਜ਼ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ। ਇਸ ਲਈ ਇਹ ਜ਼ਿਆਦਾ ਭਰੋਸੇ ਲਾਇਕ ਨਹੀਂ ਹੁੰਦੀਆਂ। ਤਾਂ ਹੁਣ ਅੱਜ ਕੱਲ੍ਹ ਜਿਹੜੀ ਹੈ ਫਲੌਪੀ ਡਿਸਕ ਦੀ ਜਿਹੜੀ ਵਰਤੋਂ ਹੈ ਉਹ ਬਿਲਕੁਲ ਖਤਮ ਹੋ ਰਹੀ ਹੈ। ਹੁਣ ਇਸ ਦੀ ਥਾਂ ਤੇ ਹੋਰ ਜਿਹੜੇ ਸੈਕੰਡਰੀ ਸਟੋਰੇਜ ਡਿਵਾਈਸਿਸ ਨੇ ਉਹਨਾਂ ਨੇ ਲੈ ਲਈ ਹੈ, ਜਿਨ੍ਹਾਂ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਇਹ ਵੀ ਡਾਟਾ ਸਟੋਰ ਕਰਨ ਦੇ ਲਈ ਵਰਤੀ ਜਾਂਦੀ ਹੈ। ਇਹ ਲਚਕਦਾਰ ਪਲਾਸਟਿਕ ਦੀ ਬਣੀ ਹੋਈ ਹੁੰਦੀ ਹੈ। ਇਹ ਤੁਸੀਂ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਵੀ ਦੇਖੀ ਹੋਵੇਗੀ। ਜਦੋਂ ਸਾਡੇ ਘਰ ਦੇ ਵਿੱਚ ਟੇਪ ਰਿਕਾਰਡਰ ਹੁੰਦੇ ਸੀ, ਅਸੀਂ ਜ਼ਿਆਦਾਤਰ ਗਾਣੇ ਸੁਣਨ ਦੇ ਲਈ ਜਾਂ VCR ਹੁੰਦੇ ਸੀ ਤਾਂ ਉਹਨਾਂ ਤੇ ਫਿਲਮਾਂ ਦੇਖਣ ਦੇ ਲਈ ਅਸੀਂ ਮੈਗਨੈਟਿਕ ਟੇਪਾਂ ਦੀ ਵਰਤੋਂ ਕਰਦੇ ਸੀ। ਇਸ ਵਿੱਚ ਡਾਟਾ ਸਟੋਰ ਕਰਨਾ ਡਿਸਕ ਦੇ ਮੁਕਾਬਲੇ ਸਸਤਾ ਪੈਂਦਾ ਹੈ।
इस विच खास डाटा लभण दे लई सानू पहला सारा डाटा ही पढ़ना पवेगा, फिर ही असीं अपने संबंधित डाटा तक पहुंच सकते हाँ। शुरू विच यह टेपां खुल्लियां रीलां विच हुंदियां सी ते ਵੱਖ-ਵੱਖ साइज दियां ते शक्लां दियां अलग-अलग दियां साइज दियां कैसटां दे रूप विच मिलदियां सन। हुण जिस तरह गल कर रहे हैं कि यह डिवाइसिस जिहड़े हैगे ने अजकल बहुत घट वेखण नूं मिलणगे ते इन्हां दी जिहड़ी वरतों है वो बिल्कुल ही खत्म हो चुकी है, क्योंकि इन्हां दी थां हुण CD या DVDs ने ले ली है। CD ਤਾਂ ਸਾਰੇ ਬੱਚਿਆਂ ਨੇ ਹੀ ਸੁਣਿਆ ਹੋਵੇਗਾ। CD ਨੂੰ ਅਸੀਂ ਆਮ ਤੌਰ ਤੇ ਆਪਣੇ ਘਰ ਦੇ ਵਿੱਚ ਵੇਖਦੇ ਹਾਂ। CD ਦਾ ਪੂਰਾ ਨਾਮ ਕੰਪੈਕਟ ਡਿਸਕ ਹੈ। ਇਹ ਇੱਕ ਪੋਰਟੇਬਲ ਡਿਸਕ ਹੁੰਦੀ ਹੈ। ਇਸ ਵਿੱਚ 700 MB ਡਾਟਾ ਸਟੋਰ ਕੀਤਾ ਜਾ ਸਕਦਾ ਹੈ। CD ਦਾ ਇੱਕ ਪਾਸਾ ਚਮਕੀਲਾ ਹੁੰਦਾ ਹੈ ਜਿਸ ਉੱਪਰ सूचना स्टोर होती है। CD का यह चमकीला पासा माइक्रोपिट्स अते प्लेट्स का बनया होया हुंदा है जिन्हां विच सूचना स्टोर होती है, पर यह पिट्स सानू दिखाई नहीं दिंदे। सिर्फ एक लेजर बीम की मदद दे नाल ही असी इन्हां पिट्स दे उत्ते लिखिया होया डाटा पढ़ सकते हैं। इस विच स्टोर सूचना नू असी सिर्फ पढ़ ही सकते हाँ, पर दोबारा लिख नहीं सकते। यह एक भरोसे लायक स्टोरेज माध्यम है, इसलिए असी इस नूं कई यूजरां द्वारा वड्डी मात्रा विच स्टोर करन दे लई वरतिया जांदा है। अजकल बहुत सारे सॉफ्टवेयर मार्केट दे विच तुहानूं CD उत्ते ही मिलदे ने। DVD भी बिल्कुल CD तरह ही होती है। इसका पूरा नाम डिजिटल वर्सेटाइल डिस्क है। यह CD वर्गी होती है, पर इसकी स्टोरेज समर्था अते क्लैरिटी CD के नालों ज्यादा होती है। डिस्क की किस्म ते निर्भर करता है कि इस विच कितने गीगाबाइट डाटा स्टोर होवेगा। DVD ਨੂੰ आम तौर ते गाने ਜਾਂ ਫਿਲਮਾਂ स्टोर ਕਰਨ ਦੇ ਲਈ ਵਰਤਿਆ ਜਾਂਦਾ ਹੈ। DVD ਦੀ ਆਮ ਵਰਤੋਂ ਵੱਡੀ ਗਿਣਤੀ ਵਿੱਚ ਮਲਟੀਮੀਡੀਆ ਪ੍ਰੈਜੈਂਟੇਸ਼ਨਸ ਤੇ ਮੂਵੀਜ਼ ਜਿਹੜੀਆਂ ਕਿ ਵਧੀਆ ਕੁਆਲਿਟੀ ਦੀ ਆਵਾਜ਼ ਅਤੇ ਗ੍ਰਾਫਿਕਸ ਦੇ ਮੇਲ ਤੋਂ ਬਣਦੀਆਂ ਹਨ, ਉਹਨਾਂ ਨੂੰ ਸਟੋਰ ਕੀਤਾ ਜਾਂਦਾ ਹੈ। DVD ਨੂੰ ਅਸੀਂ ਆਮ ਤੌਰ ਤੇ ਡਿਜੀਟਲ ਵੀਡੀਓ ਡਿਸਕ ਦੇ ਨਾਮ ਨਾਲ ਵੀ ਜਾਣਦੇ ਹਾਂ। CD ਅਤੇ DVD ਵਰਤਣ ਸਮੇਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਹਨ, ਇਸ ਦੇ ਚਮਕੀਲੇ ਪਾਸੇ ਨੂੰ ਛੂਣਾ ਨਹੀਂ ਚਾਹੀਦਾ, ਕਿਉਂਕਿ ਇਸ ਦੇ ਛੂਣ ਦੇ ਨਾਲ ਕਈ ਵਾਰ ਸਾਡੀ CD ਜਾਂ DVD ਉੱਤੇ ਸਕ੍ਰੈਚ ਪੈ ਸਕਦੇ ਹਨ। ਇਸ ਦੇ ਪਿਛਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਨਹੀਂ ਲਿਖਣਾ ਚਾਹੀਦਾ। इस नूं मोड़ना नहीं चाहिए। जे असी CD या DVD को मोड़ांगे तो यह टुट जाएगी। इस नूं साफ करन दे लई नरम कपड़े का इस्तेमाल करना चाहिए है। इस नूं हमेशा कवर विच रखना चाहिए है। इस उपर कोई भी तिखी वस्तु का इस्तेमाल नहीं करना चाहिए। असी इन्हां सारियां गल्लां नूं ध्यान विच रखांगे तां असी अपनी CD ते DVD नूं खराब होने तो बचा सकते हां। जेकर CD ਜਾਂ DVD ਉੱਪਰ कोई भी स्क्रैच पै जांदा है तां ਜਦੋਂ ਅਸੀਂ ਇਹਨੂੰ ਚਲਾਵਾਂਗੇ ਤਾਂ ਜਿਹੜਾ ਸਾਡਾ CD ਡਰਾਈਵਰ ਹੁੰਦਾ ਹੈਗਾ ਉਹ ਇਸ ਚੀਜ਼ ਨੂੰ ਉਹਨਾਂ ਪੜਦਾ ਨਹੀਂ ਤੇ ਉਹਨਾਂ ਪੋਰਸ਼ਨ ਛੱਡ ਦਿੰਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੀ CD ਜਾਂ DVD ਰੁਕ ਕੇ ਚੱਲਦੀ ਹੈ। ਉਸਦਾ ਇਹੀ ਕਾਰਨ ਹੁੰਦਾ ਹੈ कि असी उन्होंने वरतन समय कुछ छोटे छोटे गल्लां जड़ियां तुहानूं दस्सियां हन उन्हां दा ध्यान नहीं रखदे। पेन ड्राइव
ਪੈਨ ਡਰਾਈਵ ਕੀ ਹੁੰਦੀ ਹੈ? ਇਹ ਤਾਂ ਅਸੀਂ ਸਾਰੇ ਹੀ ਵੇਖਦੇ ਹਾਂ ਅੱਜ ਕੱਲ੍ਹ, ਸ਼ਾਇਦ ਅਸੀਂ ਪੈਨ ਡਰਾਈਵ ਸਾਰੇ ਹੀ ਵਰਤਦੇ ਹਾਂ। ਇਹ ਪੋਰਟੇਬਲ ਸਟੋਰੇਜ ਡਿਵਾਈਸ ਹੈ। ਇਸ ਦੀ ਵਰਤੋਂ ਡਾਟਾ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਟ੍ਰਾਂਸਫਰ ਕਰਨ ਦੇ ਲਈ ਕੀਤੀ ਜਾਂਦੀ ਹੈ। ਇਸ ਦਾ ਆਕਾਰ ਛੋਟਾ ਹੋਣ ਕਾਰਨ ਅਸੀਂ ਇਸ ਨੂੰ ਆਸਾਨੀ ਦੇ ਨਾਲ ਆਪਣੀ ਜੇਬ ਵਿੱਚ ਪਾ ਸਕਦੇ ਹਾਂ ਅਤੇ ਕਿਤੇ ਵੀ ਲਿਜਾ ਸਕਦੇ ਹਾਂ। ਇਸ ਦੀ ਵਰਤੋਂ ਵੀ ਫਲੌਪੀ ਡਿਸਕ ਜਾਂ CD ਦੀ ਤਰ੍ਹਾਂ ਹੀ ਡਾਟਾ ਸਟੋਰ ਕਰਨ ਦੇ ਲਈ, ਬੈਕਅਪ ਰੱਖਣ ਦੇ ਲਈ ਤੇ ਕੰਪਿਊਟਰ ਫਾਈਲਾਂ ਨੂੰ ਟ੍ਰਾਂਸਫਰ ਕਰਨ ਦੇ ਲਈ ਕੀਤੀ ਜਾਂਦੀ ਹੈ। ਇਸ ਦੀ ਰਫ਼ਤਾਰ ਤੇਜ਼ ਅਤੇ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਸਭ ਤੋਂ ਵਧੀਆ ਅਤੇ ਭਰੋਸੇਲਾਇਕ ਹੁੰਦੀਆਂ ਹਨ ਕਿਉਂਕਿ ਇਹਨਾਂ ਵਿੱਚ ਹਿਲਜੁਲ ਕਰਨ ਵਾਲੇ ਹਿੱਸੇ ਨਹੀਂ ਹੁੰਦੇ ਅਤੇ ਇਹਨਾਂ ਵਿੱਚ ਪਿਆ ਹੋਇਆ ਡਾਟਾ ਉਹਨੂੰ ਕੋਈ ਵੀ ਜਿਹੜਾ ਨੁਕਸਾਨ ਨਹੀਂ ਪਹੁੰਚਦਾ ਅਤੇ ਇਹ ਸੇਫ ਹੁੰਦਾ ਹੈ। ਮੈਮਰੀ ਕਾਰਡ ਇਹ ਸੈਕੰਡਰੀ ਸਟੋਰੇਜ ਡਿਵਾਈਸ ਹੈ। ਇਸ ਦੀ ਵਰਤੋਂ ਡਿਜੀਟਲ ਕੈਮਰੇ, ਮੋਬਾਈਲ ਫੋਨ ਵਿੱਚ ਡਾਟਾ ਸਟੋਰ ਕਰਨ ਦੇ ਲਈ ਕੀਤੀ ਜਾਂਦੀ ਹੈ। ਇਸ ਨੂੰ ਫਲੈਸ਼ ਮੈਮਰੀ ਕਾਰਡ ਵੀ ਕਿਹਾ ਜਾਂਦਾ ਹੈ। ਡਾਟਾ ਕੇਬਲ ਜਾਂ ਕਾਰਡ ਰੀਡਰ ਦੀ ਮਦਦ ਦੇ ਨਾਲ ਅਸੀਂ ਇਸ ਵਿਚਲਾ ਡਾਟਾ ਦੇਖ ਸਕਦੇ ਹਾਂ। ਬਾਜ਼ਾਰ ਵਿੱਚ ਸਾਨੂੰ ਕਈ ਕਿਸਮ ਦੇ ਮੈਮਰੀ ਕਾਰਡ ਮਿਲਦੇ ਹਨ, ਜਿਵੇਂ ਕਿ ਵੱਖ-ਵੱਖ ਸਾਈਜ਼ ਦੇ, ਕੰਪੈਟੀਬਿਲਿਟੀ ਤੇ ਸਟੋਰੇਜ ਸਮਰੱਥਾ ਦੇ ਅਕੋਰਡਿੰਗ ਅਸੀਂ ਕੀ ਹੈ ਬਾਜ਼ਾਰ ਦੇ ਵਿੱਚੋਂ ਮੈਮਰੀ ਕਾਰਡ ਪਰਚੇਜ਼ ਕਰਦੇ ਹਾਂ। ਹਰ ਇੱਕ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ, ਆਪਣੀ ਲੋੜ ਦੇ ਮੁਤਾਬਿਕ ਬਾਜ਼ਾਰ ਦੇ ਵਿੱਚੋਂ ਮੈਮਰੀ ਕਾਰਡ ਖਰੀਦਦਾ ਹੈ। ਆਓ ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਦੇ ਹਾਂ। ਇਸ ਪਾਠ ਦੇ ਵਿੱਚ ਕੁਝ ਪ੍ਰਸ਼ਨ ਉੱਤਰ ਨੇ ਜਿਹੜੇ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਇਸ ਨੂੰ ਕਰ ਸਕਦੇ ਹਾਂ, ਜਿਵੇਂ ਕਿ ਮੈਮਰੀ ਕੀ ਹੁੰਦੀ ਹੈ, ਇਸ ਦੀਆਂ ਕਿਸਮਾਂ ਕਿਹੜੀਆਂ ਨੇਗੀਆਂ, ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਇਸ ਦੀਆਂ ਕਿਸਮਾਂ ਬਾਰੇ ਦੱਸੋ। ਪ੍ਰਾਇਮਰੀ ਮੈਮਰੀ ਦੇ ਬਾਰੇ ਅਸੀਂ ਪਿੱਛੇ ਹੀ ਜਾਣ ਚੁੱਕੇ ਹਾਂ ਤੇ ਇਹ ਕਿਸਮਾਂ ਨੇਗੀਆਂ ਜਿਹੜੀਆਂ ਉਹ ਦੋ ਹੁੰਦੀਆਂ ਨੇਗੀਆਂ, ਉਹਨਾਂ ਦਾ ਸਾਰਾ ਕੀ ਹੈ ਇਸ ਪ੍ਰਸ਼ਨ ਦੇ ਵਿੱਚ ਉੱਤਰ ਆ ਜਾਏਗਾ। ਉਸ ਬਾਅਦ ਹੈ ਰੈਮ ਅਤੇ ਰੋਮ ਤੇ ਨੋਟ ਲਿਖੋ। ਸੈਕੰਡਰੀ ਮੈਮਰੀ ਕੀ ਹੁੰਦੀ ਹੈ ਤੇ ਇਸ ਦੀਆਂ ਕਿਸਮਾਂ ਬਾਰੇ ਦੱਸੋ। ਇਹ ਪ੍ਰਸ਼ਨ ਜਿਹੜਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਹਾਰਡ ਡਿਸਕ ਡਰਾਈਵ ਕੀ ਹੁੰਦੀ ਹੈ। ਫਲੌਪੀ ਡਿਸਕ ਤੇ ਨੋਟ ਲਿਖੋ। ਇਹਨਾਂ ਤੇ ਨੋਟ ਲਿਖੋ ਮੈਗਨੈਟਿਕ ਟੇਪ, CD, DVD, ਪੈਨ ਡਰਾਈਵ, ਮੈਮਰੀ ਕਾਰਡ। ਅਸੀਂ ਇਹਨਾਂ ਦੇ ਵਿੱਚ ਇਹ ਸਾਰੇ ਸਾਡੇ ਜਿਹੜੇ ਪ੍ਰਸ਼ਨ ਨੇ ਇਹ 2 ਜਾਂ 3 ਨੰਬਰ ਦੇ ਕੁਐਸਚਨਸ ਦੇ ਵਿੱਚ ਆ ਜਾਣਗੇ। ਕੋਈ 5 ਸੈਕੰਡਰੀ ਮੈਮਰੀ ਦੇ ਨਾਮ ਦੱਸੋ, ਇਸ ਦਾ ਉੱਤਰ ਆ ਜਾਏਗਾ। ਸਾਨੂੰ ਇਹਦਾ ਉੱਤਰ ਜਿਹੜਾ ਹੈ ਉੱਪਰਲੇ ਪ੍ਰਸ਼ਨਾਂ ਦੇ ਵਿੱਚੋਂ ਹੀ ਮਿਲਦਾ ਹੈ। ਜਿਵੇਂ ਹਾਰਡ ਡਿਸਕ, ਫਲੌਪੀ ਡਿਸਕ, ਮੈਗਨੈਟਿਕ ਟੇਪ, CD, DVD, ਪੈਨ ਡਰਾਈਵ, ਮੈਮਰੀ ਕਾਰਡ। ਅਸੀਂ ਕੋਈ ਵੀ ਜਿਹੜੇ ਹੈਗੇ ਨੇ 5 ਸੈਕੰਡਰੀ ਸਟੋਰੇਜ ਡਿਵਾਈਸਿਸ ਦੇ ਨਾਮ ਇਸ ਪ੍ਰਸ਼ਨ ਦੇ ਵਿੱਚ ਲਿਖਣੇ ਹਨ। ਇਸ ਤੋਂ ਬਾਅਦ ਜਿਹੜੇ ਹੋਰ ਪ੍ਰਸ਼ਨ ਹਨ ਉਹ ਹਨ ਐਕਸਟਰਨਲ ਹਾਰਡ ਡਿਸਕ ਡਰਾਈਵ ਕੀ ਹੁੰਦੀ ਹੈ। CD ਨੂੰ ਵਰਤਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੇਠ ਲਿਖਿਆਂ ਵਿੱਚ ਅੰਤਰ ਦੱਸੋ। ਕੁਝ ਅੰਤਰ ਨੇ, ਜਿਵੇਂ ਰੈਮ ਅਤੇ ਰੋਮ ਵਿੱਚ ਅੰਤਰ, CD ਅਤੇ DVD ਵਿੱਚ ਅੰਤਰ, ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਦੇ ਵਿੱਚ ਅੰਤਰ। ਅਸੀਂ ਇਹਨਾਂ ਸਾਰਿਆਂ ਦਾ ਉੱਤਰ ਬਹੁਤ ਹੀ ਆਸਾਨੀ ਦੇ ਨਾਲ ਕਰ ਸਕਦੇ ਹਾਂ।